ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਸੋ ਦੱਸਦੇ ਕਿ ਫਰੀडम ਟਰੱਕਰਸ ਦਾ ਜਿਹੜੀ ਕਾਫਲਾ ਹੈਗਾ ਉਹ ਫਿਲਹਾਲ ਤੌਰ 'ਤੇ ਪਹੁੰਚ ਚੁੱਕਾ ਹੈ, ਜਿਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ। ਪੂਰੀ ਰਿਪੋਰਟ ਤੇ ਨਜ਼ਰ ਪਾਵਾਂਗੇ ਔਰ ਇਸ ਤੋਂ ਇਲਾਵਾ ਇਹ ਵੀ ਦੱਸਾਂਗੇ ਕਿ ਕੈਨੇਡਾ ਸਰਕਾਰ ਦੇ ਵੱਲੋਂ ਜਿਹੜੀਆਂ ਯਾਤਰਾ ਪਾਬੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਗਏ ਨੇ। ਫਿਲਹਾਲ ਸ਼ੁਰੂਆਤ ਹੈਡਲਾਈਨਸ ਦੇ ਨਾਲ। ਜ਼ਰੂਰੀ ਸਮਾਨ ਦੇ ਲਈ ਅਮਰੀਕਾ ਜਾਣ ਵਾਲੇ ਐਸੈਂਸ਼ੀਅਲ ਵਰਕਰਾਂ ਲਈ 31 ਜਨਵਰੀ ਤੋਂ ਨਿਯਮ ਬਦਲੇ। ਭਾਰਤ ਤੇ ਮੋਰੋਕੋ ਤੋਂ ਆਉਣ ਵਾਲੇ ਲੋਕਾਂ ਨੂੰ ਤੀਜੇ ਦੇਸ਼ ਤੋਂ ਕੋਵਿਡ ਪ੍ਰੀ ਡਿਪਾਰਚਰ ਨੈਗੇਟਿਵ ਨਤੀਜੇ ਹਾਸਲ ਕਰਨ ਦੀ ਨਹੀਂ ਲੋੜ। ਟਰੱਕਰਾਂ ਦਾ ਕਾਫਲਾ ਆਟਵਾ ਪਹੁੰਚਿਆ, ਕਿਸੇ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਪੁਲਿਸ ਬਲ ਤੈਨਾਤ। ਔਰਵਾ ਸਿੱਖ ਟੈਂਪਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਫੈਲੀ ਖਬਰ ਨੂੰ ਸਿੱਖ ਟੈਂਪਲ ਨੇ ਦੱਸਿਆ ਝੂਠ। ਟਰੱਕਰਸ ਦੇ ਲਈ ਗੁਰਦੁਆਰੇ ਦੇ ਦੁਆਰ ਬੰਦ ਕਰਨ ਦੀ ਫੈਲੀ ਸੀ ਖਬਰ। ਜਿਹਦਾ ਖਬਰਾਂ ਵਿਸਥਾਰ ਦੇ ਨਾਲ। ਔਰ ਸਭ ਤੋਂ ਪਹਿਲਾਂ ਅਹਿਮ ਖਬਰ ਦੱਸ ਦਈਏ ਕਿ ਇਸ ਵੇਲੇ ਕੈਨੇਡਾ ਦੇ ਵੱਲੋਂ ਇਹ ਅਨਾਉਂਸਮੈਂਟ ਕੀਤੀ ਗਈ ਹੈ, ਗੱਲ ਪੁਖਤਾ ਕਰ ਦਿੱਤੀ ਗਈ ਹੈ ਕਿ ਜਿਹੜੇ ਟਰੈਵਲ ਨਿਯਮ ਨੇ ਉਹਨਾਂ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ। ਜਿਸ 'ਚ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਅਮਰੀਕਾ ਜਿਹੜੇ ਲੋਕ ਜਾ ਰਹੇ ਸੀਗੇ ਲੈਂਡ ਥਰੂ, ਖਾਸ ਕਰਕੇ ਉਹ ਲੋਕ ਜਿਹੜੇ ਕਿ ਐਸੈਂਸ਼ੀਅਲ ਕੰਮਾਂ ਲਈ ਜਾ ਰਹੇ ਸੀ, ਜਿਵੇਂ ਕਿ ਹੜ੍ਹਾਂ ਕਰਕੇ ਜਿਹੜਾ ਲੋਕਾਂ ਨੂੰ ਦਿੱਕਤ ਆ ਰਹੀ ਸੀ, ਬਾਲਣ ਦੀ, ਭੋਜਨ ਦੀ ਬਹੁਤ ਤਰ੍ਹਾਂ ਦੀ ਲੋੜ ਪੈ ਰਹੀ ਸੀਗੀ, ਤਾਂ ਉਹਨਾਂ ਵਾਸਤੇ ਐਗਜ਼ੈਂਪਸ਼ਨ ਦਿੱਤੀ ਗਈ ਸੀਗੀ ਕਿ ਉਹ ਜਾ ਸਕਦੇ ਨੇ। ਪਰ ਹੁਣ ਜਿਹੜੀ ਹੈ ਉਸ ਦੇ ਉੱਤੇ ਜਿਹੜੇ ਟੈਸਟ ਨੇ, ਜ਼ਰੂਰੀ ਜਿਹੜੇ ਨਿਯਮ ਪਹਿਲਾਂ ਸੀਗੇ ਉਹ ਫਿਰ ਤੋਂ ਲਾਗੂ ਕਰ ਦਿੱਤੇ ਗਏ ਨੇ, ਇਹ ਗੱਲ ਕਹੀ ਜਾ ਰਹੀ ਹੈ। ਔਰ ਇਸ ਤੋਂ ਇਲਾਵਾ ਤੁਹਾਨੂੰ ਇਹ ਦੱਸ ਦਈਏ ਕਿ 31 ਜਨਵਰੀ ਤੋਂ ਜਿਹੜੇ ਵਸਨੀਕ ਨੇ ਮਾਲ ਚੁੱਕਣ ਲਈ ਜਿਹੜੇ ਜ਼ਮੀਨ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕੈਨੇਡਾ ਦੇ ਸਾਰੇ ਪ੍ਰੀ ਐਂਟਰੀ, ਅਰਾਈਵਲ ਟੈਸਟਿੰਗ ਤੇ ਕੁਆਰੰਟੀਨ ਨਿਯਮਾਂ ਨੂੰ ਹੁਣ ਪੂਰਾ ਕਰਨਾ ਪਵੇਗਾ। ਛੋਟ ਦਾ ਐਲਾਨ ਪਹਿਲੀ ਵਾਰ ਜਿਹੜਾ ਹੈ 21 ਨਵੰਬਰ 2021 ਨੂੰ ਕੀਤਾ ਗਿਆ ਸੀ, ਕਿਉਂਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਕਾਰਨ ਲੋਕਾਂ ਨੂੰ ਭੋਜਨ, ਗੈਸ ਤੇ ਹੋਰ ਚੀਜ਼ਾਂ ਖਰੀਦਣ ਲਈ ਸਰਹੱਦ ਪਾਰ ਜਾਣਾ ਪੈਂਦਾ ਸੀ। ਉਧਰ ਦੇਸ਼ ਦੇ ਟਰਾਂਸਪੋਰਟ ਮੰਤਰੀ ਉਮਰ ਅਲਗੈਬਰਾ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬਾਰਡਰ ਤੇ ਯਾਤਰਾ ਸੰਬੰਧੀ ਕੁਝ ਨਿਯਮਾਂ 'ਚ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਭਾਰਤ ਤੇ ਮੋਰੋਕੋ ਨਾਲ ਸੰਬੰਧਿਤ ਡਾਇਰੈਕਟ ਤੇ ਇਨਡਾਇਰੈਕਟ ਉਡਾਨਾਂ ਤੇ ਸਫ਼ਰ ਕਰਦੇ ਯਾਤਰੀਆਂ ਦੇ ਲਈ ਅੱਜ ਤੋਂ ਨਿਯਮਾਂ 'ਚ ਬਦਲਾਅ ਕੀਤੇ ਗਏ ਨੇ। ਇਹਨਾਂ ਦੋਵਾਂ ਦੇਸ਼ਾਂ ਤੋਂ ਆਉਂਦੇ ਯਾਤਰੀਆਂ ਦੇ ਲਈ ਕੈਨੇਡਾ ਪਹੁੰਚਦੇ ਹੋਏ ਕਿਸੇ ਤੀਜੇ ਦੇਸ਼ ਤੋਂ ਕੋਵਿਡ-19 ਦੇ ਪ੍ਰੀ ਡਿਪਾਰਚਰ ਨੈਗੇਟਿਵ ਨਤੀਜੇ ਹਾਸਲ ਕਰਨ ਦੀ ਲੋੜ ਨਹੀਂ ਹੋਵੇਗੀ। ਹੁਣ ਕੈਨੇਡਾ ਆਉਂਦੇ ਸਾਰੇ ਯਾਤਰੀਆਂ ਦੇ ਲਈ ਇੱਕੋ ਜਿਹੀਆਂ ਪ੍ਰੀ ਐਂਟਰੀ ਟੈਸਟ ਰਿਕੁਆਇਰਮੈਂਟਸ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਭਾਰਤ ਤੋਂ ਫਲਾਈਟ ਲੈਂਦੇ ਹੋਏ ਸਿਰਫ ਹਵਾਈ ਅੱਡੇ ਤੋਂ RT-PCR ਟੈਸਟ ਦੇ ਨੈਗੇਟਿਵ ਨਤੀਜੇ ਹਾਸਲ ਕਰਨ ਦੀ ਸ਼ਰਤ ਜਿਹੜੀ ਹੈ ਉਹ ਹਟਾ ਦਿੱਤੀ ਗਈ ਹੈ ਤੇ ਹੁਣ ਯਾਤਰੀ ਕਿਸੇ ਵੀ ਲੈਬ ਤੋਂ ਨੈਗੇਟਿਵ ਨਤੀਜੇ ਹਾਸਲ ਕਰਕੇ ਆਪਣੀ ਯਾਤਰਾ ਜਿਹੜੀ ਹੈ ਉਹ ਕਰ ਸਕਣਗੇ। ਇਹ ਨਿਯਮ ਅੱਜ ਤੋਂ ਲਾਗੂ ਹੋ ਰਹੇ ਨੇ। ਅੱਗੇ ਦੱਸਦੇ ਕਿ ਫਰੀडम ਟਰੱਕਰਸ ਦਾ ਜਿਹੜਾ ਕਾਫਲਾ ਹੈ ਉਹ ਫਿਲਹਾਲ ਆਟਵਾ ਪਹੁੰਚ ਚੁੱਕਾ ਹੈ, ਜਿਸ ਨੂੰ ਲੈ ਕੇ ਪਹਿਲਾਂ ਤੋਂ ਹੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਪੁਲਿਸ ਬਲ ਤੈਨਾਤ ਕੀਤਾ ਗਿਆ ਹੈ, ਕਿਉਂਕਿ ਟਰੱਕਰਸ ਜਿਹੜੇ ਸੀਗੇ ਇਸ ਰੈਲੀ ਦੇ ਵਿੱਚ ਸ਼ਾਮਿਲ, ਉਹਨਾਂ ਵੱਲੋਂ ਖਾਸ ਤੌਰ ਤੇ ਬਾਰ-ਬਾਰ ਇਹੀ ਗੱਲ ਕਹੀ ਗਈ ਹੈ ਕਿ ਉਹ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਰੈਲੀ ਕਰਨਾ ਚਾਹੁੰਦੇ ਨੇ, ਜਦ ਕਿ ਕੁਝ ਲੋਕਾਂ ਦੇ ਵੱਲੋਂ ਇਹ ਗੱਲ ਵੀ ਕੀਤੀ ਗਈ ਹੈ, ਇਹ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਾਹੌਲ ਜਿਹੜਾ ਹੈ ਉਹ ਹਿੰਸਾਜਨਕ ਹੋ ਸਕਦਾ ਹੈ। ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰ੍ਹਾਂ ਦੀ ਇਸ ਖਬਰ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਪਰ ਨਾਲ ਦੀ ਨਾਲ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪ੍ਰਦਰਸ਼ਨ ਨੂੰ, ਇਸ ਰੈਲੀ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਸ ਨੂੰ ਫੈਲਾਓ ਨਾ ਤੇ ਉਸ ਨੂੰ ਜਿਹੜਾ ਹੈ ਪੁਖਤਾ ਵੀ ਨਾ ਮੰਨੋ ਜਦੋਂ ਤੱਕ ਉਸ ਦਾ ਐਲਾਨ ਜਿਹੜਾ ਹੈ ਉਹ ਹਰ ਪਾਸੇ ਨਹੀਂ ਹੋ ਜਾਂਦਾ। ਇਸ ਵੇਲੇ ਕਈ ਤਰ੍ਹਾਂ ਦੇ ਭੰਬਲ ਭੂਸੇ ਵਾਲੀ ਜਿਹੜੀ ਹੈ ਉਹ ਸਿਚੁਏਸ਼ਨ ਬਣੀ ਹੋਈ ਹੈ। ਇੱਕ ਰਿਪੋਰਟ ਤੇ ਨਜ਼ਰ ਮਾਰ ਲੈਂਦੇ ਹਾਂ। ਆਟਵਾ ਸ਼ੁੱਕਰਵਾਰ ਨੂੰ ਟਰੱਕਾਂ ਦੇ ਕਾਫਲੇ ਦੇ ਆਉਣ ਲਈ ਤਿਆਰ ਦਿਖਿਆ। ਪੁਲਿਸ ਤੇ ਸੁਰੱਖਿਆ ਬਲ ਹਫ਼ਤੇ ਦੇ ਅੰਤ ਵਿੱਚ ਇੱਕ ਅਖੌਤੀ ਫਰੀडम ਰੈਲੀ ਲਈ ਤਿਆਰੀ ਤੇ ਰਹੇ। ਟਰੱਕ ਡਰਾਈਵਰਾਂ ਦੇ ਲਈ ਸਰਹੱਦ ਪਾਰ ਵੈਕਸੀਨ ਦੇ ਆਦੇਸ਼ਾਂ ਦੁਆਰਾ ਰੋਲਿੰਗ ਵਿਰੋਧ ਨੂੰ ਭੜਕਾਇਆ ਗਿਆ ਸੀ। ਹਾਲਾਂਕਿ ਬਹੁਤ ਸਾਰੇ ਭਾਗੀਦਾਰੀ ਹੁਣ ਜ਼ੋਰ ਦਿੰਦੇ ਨੇ ਕਿ ਰੈਲੀ ਸਾਰੇ ਸਰਕਾਰੀ ਸਿਹਤ ਆਦੇਸ਼ਾਂ ਬਾਰੇ ਹੈ। ਸ਼ਨੀਵਾਰ ਲਈ ਰੱਖੀ ਰੈਲੀ ਨੇ ਸੰਸਦ ਦੇ ਮੈਂਬਰਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਚੇਤਾਵਨੀ ਦਿੱਤੀ ਹੈ। ਕੈਨੇਡਾ ਦੇ ਸਰਜੈਂਟ ਐਂਡ ਆਰਮਸ ਪੈਟਰਿਕ ਮੈਕਡੋਨਲਡ ਦੁਆਰਾ ਵੀਰਵਾਰ ਨੂੰ ਸੰਸਦ ਮੈਂਬਰਾਂ ਨੂੰ ਭੇਜੇ ਗਏ ਇੱਕ ਨੋਟ ਦੇ ਨਾਲ ਉਹਨਾਂ ਸਮਾਗਮ ਤੋਂ ਪਹਿਲਾਂ ਡੌਕਸਿੰਗ ਦੀ ਚੇਤਾਵਨੀ ਦਿੱਤੀ ਹੈ। ਮੈਕਡੋਨਲਡ ਦੇ ਮੁਤਾਬਕ ਨਿਊਜ਼ ਆਊਟਲੈਟਸ ਨੇ ਸੰਕੇਤ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੰਦਰ ਮੈਂਬਰਾਂ ਦੇ ਚੋਣ ਖੇਤਰ ਦੇ ਦਫ਼ਤਰ ਜਾਂ ਰਿਹਾਇਸ਼ਾਂ ਤੇ ਪ੍ਰਦਰਸ਼ਨ ਵੀ ਹੋ ਸਕਦੇ ਨੇ। ਔਰਵਾ ਦੇ ਗੈਰੀਨਿਊ ਖੇਤਰ ਦੇ ਵਿੱਚ ਮੈਂਬਰਾਂ ਦੇ ਰਿਹਾਇਸ਼ੀ ਪਤਿਆਂ ਦੇ ਲਈ ਆਨਲਾਈਨ ਕਮਿਊਨਿਟੀਆਂ ਨੂੰ ਬੇਨਤੀਆਂ ਜਾਰੀ ਕੀਤੀਆਂ ਗਈਆਂ ਸਨ। ਇਸ ਨੂੰ ਡੌਕਸਿੰਗ ਕਿਹਾ ਜਾਂਦਾ ਹੈ। ਇੰਟਰਨੈਟ ਤੇ ਕਿਸੇ ਖਾਸ ਵਿਅਕਤੀ ਬਾਰੇ ਨਿੱਜੀ ਜਾਣਕਾਰੀ ਲੱਭਣ ਤੇ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਆਮ ਤੌਰ
ਤੇ ਖਤਰਨਾਕ ਇਰਾਦੇ ਨਾਲ ਹੁੰਦੀ ਹੈ। ਕੁਝ ਟਰੱਕਿੰਗ ਗਰੁੱਪਾਂ ਦਾ ਕਹਿਣਾ ਹੈ ਕਿ ਕਾਫਲਾ ਉਹਨਾਂ ਦੇ ਮੈਂਬਰਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ। ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਕਾਫਲੇ ਵਿੱਚ ਸ਼ਾਮਿਲ ਹੋਣ ਲਈ ਕਿਸੇ ਨੇ ਉਹਨਾਂ ਤੱਕ ਕੋਈ ਪਹੁੰਚ ਨਹੀਂ ਕੀਤੀ। ਉਹਨਾਂ ਕਿਹਾ ਕਿ ਕਾਫਲੇ ਦਾ ਹਿੱਸਾ ਬਣਨ ਲਈ ਕਿਸੇ ਨੇ ਫੋਰਸ ਨਹੀਂ ਕੀਤਾ। ਸਾਡੇ ਵਿੱਚੋਂ ਲਗਭਗ 93% ਪਹਿਲਾਂ ਹੀ ਟੀਕਾ ਲਗਵਾ ਚੁੱਕੇ ਨੇ। ਇਹ ਵੀ ਕਾਰਨ ਹੋ ਸਕਦਾ ਹੈ ਕਿ ਸਾਡੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ। ਸਾਹਸੀ ਦਾ ਕਹਿਣਾ ਹੈ ਕਿ ਸਮੂਹ ਡਰਾਈਵਰਾਂ ਦੇ ਵੈਕਸੀਨ ਦੇ ਆਦੇਸ਼ਾਂ ਦਾ ਵਿਰੋਧ ਕਰਨ ਦੇ ਅਧਿਕਾਰ ਦਾ ਸਮਰਥਨ ਕਰਦੇ ਨੇ, ਪਰ ਨੋਟ ਕਰਦੇ ਨੇ ਕਿ ਉਸਦੇ ਮੈਂਬਰ ਆਟਵਾ ਲਈ ਲੰਬੀ ਡਰਾਈਵ ਦੇ ਵਿੱਚ ਸ਼ਾਮਿਲ ਨਹੀਂ ਹੋਏ। ਅਸੀਂ ਟਰੱਕਰਾਂ ਵਜੋਂ ਯਕੀਨਨ ਟਰੱਕਾਂ ਦਾ ਸਮਰਥਨ ਜ਼ਰੂਰ ਕਰਾਂਗੇ। ਇਹ ਉਹਨਾਂ ਦਾ ਆਪਣਾ ਫੈਸਲਾ ਹੈ ਕਿ ਉਹ ਟੀਕਾਕਰਨ ਕਰਨਾ ਚਾਹੁੰਦੇ ਨੇ ਜਾਂ ਨਹੀਂ। ਤੇ ਜੇ ਤੁਸੀਂ ਏਸ਼ੀਆਈ ਭਾਈਚਾਰੇ ਦੀ ਗੱਲ ਕਰਦੇ ਹੋ ਤਾਂ ਸਾਡੇ ਵਿੱਚੋਂ ਜ਼ਿਆਦਾਤਰ ਟੀਕਾਕਰਨ ਕੀਤੇ ਗਏ ਨੇ। ਉਹਨਾਂ ਕਿਹਾ ਕਿ ਉਸਦੇ ਬਹੁਤ ਸਾਰੇ ਡਰਾਈਵਰ ਦੱਖਣੀ ਏਸ਼ੀਆਈ ਹਨ। ਉਧਰ ਸੁਰੱਖਿਆ ਪੁਖਤਾ ਕੀਤੀ ਗਈ ਹੈ। ਪੁਲਿਸ ਮੁਤਾਬਕ ਜੇ ਸਥਿਤੀ ਅਸਥਿਰ ਹੋ ਜਾਂਦੀ ਹੈ ਤੇ ਤੁਹਾਡੀ ਸੁਰੱਖਿਆ ਨੂੰ ਖਤਰਾ ਹੈ ਤਾਂ 911 ਤੇ ਕਾਲ ਕਰੋ ਤੇ ਆਪਣੇ ਸਥਾਨ ਨੂੰ ਖਾਲੀ ਕਰੋ। ਸਿਟੀ ਆਫ ਆਟਵਾ ਦੇ ਐਮਰਜੈਂਸੀ ਤੇ ਸੁਰੱਖਿਆ ਸੇਵਾਵਾਂ ਦੇ ਜਨਰਲ ਮੈਨੇਜਰ ਨੇ ਵੀਰਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਸ਼ੁੱਕਰਵਾਰ ਤੋਂ ਐਤਵਾਰ ਤੱਕ ਪ੍ਰਭਾਵ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ, ਕਿਉਂਕਿ ਪ੍ਰਦਰਸ਼ਨਕਾਰੀ ਡਾਊਨਟਾਊਨ ਕੋਰ ਦੇ ਵਿੱਚ ਪਹੁੰਚਣ ਦੀ ਤਿਆਰੀ 'ਚ ਨੇ। ਉਹਨਾਂ ਕਿਹਾ ਕਿ ਸਿਟੀ ਟ੍ਰੈਫਿਕ ਤੇ ਪਾਰਕਿੰਗ ਪ੍ਰਬੰਧਨ ਯੋਜਨਾਵਾਂ ਨੂੰ ਵਿਕਸਿਤ ਕਰਨ ਲਈ ਆਟਵਾ ਪੁਲਿਸ ਸੇਵਾ ਦੇ ਨਾਲ ਕੰਮ ਕਰ ਰਹੀ ਹੈ ਤੇ ਅਪਡੇਟ ਵੀਕਐਂਡ ਦੌਰਾਨ ਸਾਂਝੇ ਕੀਤੇ ਜਾਣਗੇ। ਨਾਲ ਹੀ ਕਿਹਾ ਕਿ ਸ਼ਹਿਰ ਪੁਲਿਸ ਤੇ ਹੋਰ ਭਾਈਵਾਲਾਂ ਦੇ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਐਮਰਜੈਂਸੀ ਵਾਹਨਾਂ ਦੇ ਲਈ ਸਮਰਪਿਤ ਲੇਨਾਂ ਨੂੰ ਸਾਫ਼ ਰੱਖਿਆ ਗਿਆ ਹੈ। ਉਧਰ ਪ੍ਰਬੰਧਕਾਂ ਦੁਆਰਾ ਸਥਾਪਿਤ ਇੱਕ ਗੋ ਫੰਡਮੀ ਪੇਜ ਨੇ ਦਾਨ ਦੇ ਵਿੱਚ 6.4 ਮਿਲੀਅਨ ਇਕੱਠੇ ਕੀਤੇ। ਫੰਡ ਰੇਜ਼ਿੰਗ ਮੁਹਿੰਮ ਪੇਜ ਦੇ ਮੁਤਾਬਕ ਇਹ ਪੈਸਾ ਹਿੱਸਾ ਲੈਣ ਵਾਲੇ ਪ੍ਰਦਰਸ਼ਨਕਾਰੀਆਂ ਲਈ ਬਾਲਣ, ਭੋਜਨ ਤੇ ਰਿਹਾਇਸ਼ਾਂ ਦੇ ਖਰਚੇ ਲਈ ਵਰਤਿਆ ਜਾਣਾ ਹੈ। ਬੁਲਾਰੇ ਨੇ ਕਿਹਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਭਾਗੀਦਾਰਾਂ ਦੇ ਬਾਲਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਪ੍ਰਬੰਧਕਾਂ ਦੁਆਰਾ ਸ਼ੁਰੂਆਤੀ $1 ਮਿਲੀਅਨ ਵਾਪਸ ਲੈ ਲਏ ਗਏ ਨੇ। ਕੈਨੇਡਾ ਏਕਤਾ ਦੀ ਵੈਬਸਾਈਟ ਦੇ ਵਿੱਚ ਇੱਕ ਸਮਝੌਤਾ ਪੱਤਰ ਸ਼ਾਮਿਲ ਹੈ ਜਿਸ ਵਿੱਚ ਗਵਰਨਮੈਂਟ ਜਨਰਲ ਮੈਰੀ ਸਾਈਮਨ ਤੇ ਸੈਨੇਟ ਨੂੰ ਉਹਨਾਂ ਦੇ ਨਾਲ ਸ਼ਾਮਿਲ ਹੋਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਸੰਘੀ ਤੇ ਸਾਰੀਆਂ ਸੂਬਾਈ ਤੇ ਖੇਤਰੀ ਸਰਕਾਰਾਂ ਨੂੰ ਕੋਵਿਡ-19 ਦੀਆਂ ਬਾਕੀ ਪਾਬੰਦੀਆਂ ਹਟਾਉਣ ਦਾ ਹੁਕਮ ਦਿੱਤਾ ਜਾ ਸਕੇ। ਸਾਰੇ ਜੁਰਮਾਨੇ ਮਾਫ ਕਰਨ ਤੇ ਵੈਕਸੀਨ ਪਾਸਪੋਰਟ ਰੱਦ ਕਰਨ ਦੀ ਗੱਲ ਆਖੀ ਗਈ ਹੈ। ਉਧਰ ਸਿਆਸਤ ਵੀ ਇਸ ਮਾਮਲੇ 'ਚ ਜ਼ੋਰਾਂ ਤੇ ਹੋ ਰਹੀ ਹੈ। ਕੰਜ਼ਰਵੇਟਿਵ ਲੀਡਰ ਐਰੀਨ ਓਟੂਲ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਕਾਫਲੇ ਦੇ ਕੁਝ ਟਰੱਕਰਾਂ ਨਾਲ ਮੁਲਾਕਾਤ ਕਰਨਗੇ। ਸ਼ੁਰੂਆਤੀ ਤੌਰ ਤੇ ਕਹਿਣ ਤੋਂ ਇਨਕਾਰ ਕਰਨ ਤੋਂ ਕੁਝ ਦਿਨ ਬਾਅਦ ਕਿ ਉਸਨੇ ਉਹਨਾਂ ਦੇ ਯਤਨਾਂ ਦਾ ਸਮਰਥਨ ਕੀਤਾ ਹੈ। ਔਟੂਲ ਨੇ ਕਿਹਾ ਹੈ ਕਿ ਉਹ ਤੇ ਉਸਦੇ ਸੰਸਦ ਮੈਂਬਰ ਟਰੱਕਰ ਦਾ ਸਮਰਥਨ ਕਰਦੇ ਨੇ ਤੇ ਲੰਬੇ ਸਮੇਂ ਤੋਂ ਵੈਕਸੀਨ ਦੇ ਆਦੇਸ਼ ਦੇ ਵਿਰੁੱਧ ਖੜੇ ਨੇ ਜਿਸ ਦਾ ਉਹ ਹੁਣ ਸਾਹਮਣਾ ਕਰ ਰਹੇ ਨੇ। ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਵਿਰੋਧ ਨੂੰ ਅਸਵੀਕਾਰ ਕਿਹਾ ਤੇ ਕਿਹਾ ਹੈ ਕਿ 85% ਤੋਂ ਵੱਧ ਟਰੱਕਾਂ ਨੂੰ ਟੀਕਾ ਲਗਾਇਆ ਗਿਆ ਹੈ। ਬਹੁਤ ਸਾਰੇ ਟਰੱਕਰਾਂ ਨੇ ਸੋਸ਼ਲ ਮੀਡੀਆ ਤੇ ਇਹ ਵੀ ਪੋਸਟ ਕੀਤੀ ਹੈ ਕਿ ਉਹ ਆਪਣਾ ਕੰਮ ਕਰਦੇ ਰਹਿਣਗੇ ਤੇ ਕਾਫਲਾ ਉਹਨਾਂ ਨੂੰ ਕੁਝ ਨਹੀਂ ਬੋਲਦਾ। ਫਿਲਹਾਲ ਇਸ ਮਾਮਲੇ 'ਚ ਕੀ ਸਰਕਾਰ ਆਪਣਾ ਫੈਸਲਾ ਬਦਲੇਗੀ ਜਾਂ ਫਿਰ ਟਰੱਕਾਂ ਵਾਲੇ ਆਪਣਾ ਫੈਸਲਾ ਬਦਲਣਗੇ, ਇਹ ਦੇਖਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਇਸੇ ਤਰ੍ਹਾਂ ਦੀ ਹੀ ਜਿਹੜੀ ਸਥਿਤੀ ਹੈ ਉਹ ਆਟਵਾ ਦੇ ਵਿੱਚ ਜਿਹੜਾ ਸਿੱਖ ਸੁਸਾਇਟੀ ਗੁਰਦੁਆਰਾ ਹੈ ਉਸ ਨੂੰ ਲੈ ਕੇ ਵੀ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਗਈਆਂ। ਉਸ ਪੋਸਟਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਟਰੱਕਰਸ ਜਿਵੇਂ ਉੱਥੇ ਪਹੁੰਚੇ ਨੇ ਤਾਂ ਜਿਹੜੀ ਆਟਵਾ ਸਿੱਖ ਸੁਸਾਇਟੀ ਯਾਨੀ ਗੁਰਦੁਆਰਾ ਹੈ ਉਸ ਨੂੰ ਬੰਦ ਕਰਨ ਦੀ, ਵੀਕਐਂਡ ਦੇ ਉੱਤੇ ਬੰਦ ਰੱਖਣ ਦੀ ਗੱਲ ਕੀਤੀ ਗਈ ਹੈ ਤੇ ਕਿਚਨ ਵੀ ਬੰਦ ਰੱਖਣ ਦੀ ਗੱਲ ਕੀਤੀ ਗਈ ਹੈ। ਜਦਕਿ ਸਿੱਖ ਸੁਸਾਇਟੀ ਜਿਹੜੀ ਹੈਗੀ ਆ ਆਟਵਾ ਦੀ, ਉਹਨਾਂ ਦੇ ਵੱਲੋਂ ਇਸ ਜਿਹੜੀ ਗਲਤ ਇਨਫੋਰਮੇਸ਼ਨ ਨੂੰ ਫੈਲਾਇਆ ਜਾ ਰਿਹਾ ਉਸ ਨੂੰ ਨਕਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਸੰਬੰਧੀ ਜੋ ਖਬਰ ਆ ਰਹੀ ਹੈ ਉਹ ਬਿਲਕੁਲ ਗਲਤ ਹੈ। ਉਹਨਾਂ ਜਾਣਕਾਰੀ ਦਿੰਦੇ ਦੱਸਿਆ ਆਟਵਾ ਸਿੱਖ ਸੁਸਾਇਟੀ ਨੇ ਕਿਹਾ ਕਿ ਉਹ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਬੰਦ ਰੱਖਣਗੇ। ਆਮ ਤੌਰ ਤੇ ਤਾਂ ਟੈਂਪਲ ਉਹਨਾਂ ਲੋਕਾਂ ਨੂੰ ਮੁਫਤ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ। ਹਾਲਾਂਕਿ OSS ਦਾ ਕਹਿਣਾ ਹੈ ਕਿ ਇਹ ਸਾਹਮਣੇ ਆਇਆ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਕੁਝ ਪੋਸਟਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਦਾ ਗੁਰਦੁਆਰਾ ਟਰੱਕਰਾਂ ਦੇ ਕਾਫਲੇ ਨੂੰ ਜਿਹੜਾ ਉਹ ਐਕੋਮੋਡੇਟ ਕਰੇਗਾ। ਸੁਸਾਇਟੀ ਨੇ ਦੱਸਿਆ ਕਿ ਇਹ ਪੋਸਟ ਗਲਤ ਹੈ। OSS ਕਿਸੇ ਵੀ ਰੂਪ ਦੇ ਵਿੱਚ ਇਸ ਵਿਰੋਧ ਦੇ ਨਾਲ ਨਹੀਂ ਜੁੜਿਆ। ਸਮੂਹ ਮੁਤਾਬਕ ਚੱਲ ਰਹੀ ਮਹਾਮਾਰੀ ਦੇ ਕਾਰਨ ਸਿਰਫ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕਾਂ ਦੀ ਇੱਕ ਸੀਮਿਤ ਗਿਣਤੀ ਨੂੰ ਟੀਕਾਕਰਨ ਸਰਟੀਫਿਕੇਟ ਲੈ ਕੇ ਆਟਵਾ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਦਾਖਲ ਹੋਣ ਦੀ ਆਗਿਆ ਹੈ। ਨਾਲ ਹੀ ਕਮਿਊਨਿਟੀ ਰਸੋਈ ਵੀ ਬੰਦ ਰਹੇਗੀ। OSS ਨੂੰ ਚਿੰਤਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਗੁੰਮਰਾਹਕੁਨ ਤੇ ਪੰਬਲਪੂਸੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਲੋਕਾਂ ਨੂੰ ਪਾ ਸਕਦੀ ਹੈ। ਇਹ ਸਿਰਫ ਸੰਪत्ति ਜਾਂ ਕਰਮਚਾਰੀਆਂ ਦੇ ਲਈ ਕਿਸੇ ਵੀ ਖਤਰੇ ਨੂੰ ਘਟਾਉਣ ਲਈ ਹੈ। OSS ਦਾ ਕਹਿਣਾ ਹੈ ਕਿ ਉਹਨਾਂ 2 ਦਿਨਾਂ ਲਈ ਬੰਦ ਕਰਨ ਲਈ ਇਹ ਕਦਮ ਚੁੱਕਿਆ। ਉਹਨਾਂ ਨੇ ਫਿਲਹਾਲ ਆਪਣੀ ਪਾਰਕਿੰਗ ਸਥਾਨ ਤੱਕ ਦੀ ਪਹੁੰਚ ਨੂੰ ਵੀ ਬਲੌਕ ਕਰ ਦਿੱਤਾ ਹੈ। ਅੱਗੇ ਦੱਸ ਦਈਏ ਕਿ ਵਿਆਜ ਦਰਾਂ ਦੇ ਵਿੱਚ ਫਿਲਹਾਲ ਤਾਂ ਬੈਂਕ ਆਫ ਕੈਨੇਡਾ ਨੇ ਇਸ ਨੂੰ ਵਧਾਉਣ ਦੀ ਕੋਈ ਗੱਲ ਨਹੀਂ ਕੀਤੀ ਹੈ। 0.25 ਤੇ ਹੀ ਜਿਹੜੀ ਹੈ ਉਹ ਸੀਮਿਤ ਰਹੇਗੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮਹਿੰਗਾਈ ਨੂੰ ਠੱਲ ਪਾਉਣੀ ਹੈ ਤਾਂ ਵਿਆਜ ਦਰਾਂ ਦੇ ਵਿੱਚ ਵਾਧਾ ਹੋ ਸਕਦਾ ਹੈ।
ਅਜਿਹੀ ਜਾਣਕਾਰੀ ਹੀ ਸੈਂਟਰਲ ਬੈਂਕ ਦੇ ਵੱਲੋਂ ਵੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਵਾਧਾ ਇਹਨਾਂ ਵਿਆਜ ਦਰਾਂ ਦੇ ਵਿੱਚ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਕਰਨ ਸਹੋਤਾ ਨੇ, ਜਿਹੜੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਨਾਲ ਜੁੜੇ ਮੈਨੇਜਰ ਨੇ ਕੁਲਦੀਪ ਸਿੱਧੂ, ਉਹਨਾਂ ਨਾਲ ਗੱਲਬਾਤ ਕੀਤੀ। ਆਓ ਸੁਣਦੇ ਹਾਂ ਇਸ ਸੰਬੰਧੀ ਉਹਨਾਂ ਦਾ ਕੀ ਕੁਝ ਕਹਿਣਾ ਹੈ। ਪਿਛਲੇ ਦਿਨੀ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਨਹੀਂ ਵਧਾਏ, ਜਿਹਦੀ ਕਿ ਆਸ ਕੀਤੀ ਜਾ ਰਹੀ ਸੀ। ਲੋਕਾਂ ਨੂੰ ਇਸ ਗੱਲ ਦਾ ਬਹੁਤ ਸਾਰੇ ਜਿਹੜੇ ਮਾਹਰ ਸੀਗੇ ਉਹਨਾਂ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਵਾਰੀ ਇੰਟਰਸਟ ਰੇਟ ਵੱਧ ਜਾਣੇ ਆ। ਹੁਣ ਪਹਿਲਾਂ ਵਾਂਗੂ ਫੇਰ ਇੱਕ ਵਾਰੀ ਮਾਹਰ ਕਹਿ ਰਹੇ ਆ ਕਿ ਇੰਟਰਸਟ ਰੇਟ ਅਗਲੀ ਵਾਰੀ ਜਿਹੜੀ ਕਿ ਮਾਰਚ ਦੇ ਪਹਿਲੇ ਹਫ਼ਤੇ ਨੂੰ ਦੁਬਾਰਾ ਅਪਡੇਟ ਆਉਣੀ ਆ, ਉਹਦੇ ਵਿੱਚ ਇੰਟਰਸਟ ਰੇਟ ਪੱਕਾ ਵੱਧ ਜਾਣੇ ਆ। ਇਹ ਇੰਟਰਸਟ ਰੇਟ ਕਿਉਂ ਵਧਾਉਣਗੇ ਜਾਂ ਇਹ ਗੱਲ ਕਿੰਨੀ ਕੁ ਪੱਕੀ ਆ ਕਿ ਇੰਟਰਸਟ ਜਿਹੜੇ ਵਧਣੇ ਆ, ਤੇ ਇਹਦੇ ਨਾਲ ਫਿਰ ਕਿੰਨਾ ਕੁ ਅਸਰ ਘਰਾਂ ਦੀ ਮੌਰਗੇਜ ਉੱਤੇ ਪਊਗਾ, ਕਿੰਨੀ ਕੁ ਔਖੀ ਹੋ ਜੂਗੀ ਮੌਰਗੇਜ ਲੈਣੀ ਜੇ ਇਹ ਵਿਆਜ ਦਰਾਂ ਵੱਧਦੀਆਂ ਆ, ਤਾਂ ਇਹਦੇ ਨਾਲ ਮਹਿੰਗਾਈ ਨੂੰ ਕੀ ਠੱਲ ਪਊਗੀ, ਇਕੋਨਮੀ ਕਿੰਨੀ ਕੀ ਘਟੂਗੀ। ਬਹੁਤ ਸਾਰੇ ਮੁੱਦੇ ਆ ਜਿਹੜੇ ਸਾਡੇ ਧਿਆਨ ਦੇ ਵਿੱਚ ਆ, ਔਰ ਇਹਦੇ ਨਾਲ ਖਾਸ ਕਰ ਜਿਹੜੇ ਵੇਰੀਏਬਲ ਤੇ ਫਿਕਸ ਮੌਰਗੇਜਸ ਵਾਲੇ ਆ ਉਹਨਾਂ ਨੂੰ ਕੀ ਫਰਕ ਪਊਗਾ। ਇਹਨਾਂ ਕੁਝ ਜਿਹੜੇ ਮਾਮਲੇ ਆ ਇਹਨਾਂ ਸੰਬੰਧੀ ਅਸੀਂ ਜਾਣਕਾਰੀ ਲੈਣ ਲਈ ਪਹੁੰਚੇ ਹਾਂ ਖਾਲਸਾ ਕ੍ਰੈਡਿਟ ਯੂਨੀਅਨ ਦਾ ਕੁਲਦੀਪ ਸਿੰਘ ਸਿੱਧੂ ਹੋਣਾ ਕੋਲ। ਸਿੱਧੂ ਸਾਹਿਬ, ਕੀ ਲੱਗਦਾ ਜੀ, ਪਹਿਲੀ ਗੱਲ ਤਾਂ ਕਹਿੰਦੇ ਸੀ ਇੰਟਰਸਟ ਰੇਟ ਵੱਧ ਜਾਣੇ, ਵਧੇ ਨਹੀਂ, ਹੁਣ ਫਿਰ ਕਹਿ ਰਹੇ ਵੱਧ ਜਾਣੇ ਅਗਲੀ ਵਾਰੀ। ਦੇਖੋ, ਸਾਰਿਆਂ ਦੀਆਂ ਟੋਟਲੀ ਪ੍ਰੈਡਿਕਸ਼ਨਸ ਇਹ ਸੀਗੀਆਂ ਕਿ ਜਿਹੜੀ ਬੈਂਕ ਆਫ ਕੈਨੇਡਾ ਨੇ ਜਨਵਰੀ 26 ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਆ, ਤੇ ਉਹਦੇ ਵਿੱਚ ਇਹ ਸੀ, ਹਰ ਇੱਕ ਨੂੰ ਇਹ ਸੀ ਕਿ ਰੇਟ ਵਧਣਗੇ। ਵੈਸੇ ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਆ ਤੇ ਵਧਣੇ ਚਾਹੀਦੇ ਆ। ਕਿਉਂ ਬੈਂਕ ਆਫ ਕੈਨੇਡਾ ਰੇਟ ਵਧਾਊਗੀ? ਦੇਖੋ, ਉਹਦੇ ਵਿੱਚ ਜਿਵੇਂ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਆਪਦਾ ਇੰਟਰੋਡਕਟਰੀ ਭਾਸ਼ਣ ਦੇ, ਹੈ ਨਾ, ਹੁਣ ਉਹਦੇ 'ਚ ਜਿਹੜੀ ਸਾਡੀ ਰਾਈਟ ਨਾਓ ਇਨਫਲੇਸ਼ਨ ਰੇਟ ਹੈ ਇਹ ਆਲ ਟਾਈਮ ਹਾਈ ਹੈ ਜੀ। ਰਾਈਟ ਨਾਓ ਕੈਨੇਡਾ ਦੇ 5% ਦੇ ਕਰੀਬ ਪਹੁੰਚਣ ਵਾਲਾ, ਵਿਚ ਇਜ਼ ਲਾਈਕ ਜਦੋਂ ਵੀ ਅੱਗੇ ਪਾਸਟ ਹਿਸਟਰੀ ਦੇ ਵਿੱਚ ਤੁਸੀਂ ਦੇਖਦੇ ਹੋ ਜਦੋਂ ਮਹਿੰਗਾਈ ਔਰ ਇਨਫਲੇਸ਼ਨ ਹਾਈ ਹੁੰਦੀ ਹੈ ਨਾ ਜੀ, ਕਿਉਂਕਿ ਲੋਕ ਸਪੈਂਡ ਜ਼ਿਆਦਾ ਕਰਦੇ ਆ, ਹੈ ਨਾ, ਅਤੇ ਫਿਰ ਉਹਨੂੰ ਕੰਟਰੋਲ ਕਰਨ ਦੇ ਲਈ ਅਲਟੀਮੇਟਲੀ ਬੈਂਕ ਆਫ ਕੈਨੇਡਾ ਕੀ ਕਰਦੀ ਆ, ਮਨੀ ਸਪਲਾਈ ਨੂੰ ਕੰਟਰੋਲ ਕਰਦੀ ਆ। ਜਦੋਂ ਰੇਟ ਵੱਧਦੀ ਆ ਤਾਂ ਉਹ ਲੋਕਾਂ, ਜੇ ਹੁਣ ਇਹਦਾ ਜਿਹੜੀ ਆਪਣੀ ਇਨਫਲੇਸ਼ਨ 'ਤੇ ਜ਼ਿਆਦਾ ਚੱਲ ਜਾਂਦੀ ਆ ਤਾਂ ਫਿਰ ਬੈਂਕ ਆਫ ਕੈਨੇਡਾ ਉਹ ਮਨੀ ਦੀ ਸਪਲਾਈ ਨੂੰ ਕੰਟਰੋਲ ਕਰ ਦਿੰਦੀ ਆ। ਸੋ ਡੈਟਸ ਵਾਈ ਵਧਣੇ ਸੀ, ਹਰ ਇੱਕ ਬੰਦਾ ਸੋਚ ਰਿਹਾ ਸੀ, ਜਿੰਨੇ ਵੀ ਅਰਥ ਸ਼ਾਸਤਰੀ ਸੀ ਸਭ ਇਹੀ ਸੋਚਦੇ ਸੀ ਕਿ ਵਧਣਗੇ, ਪਰ ਉਹਨਾਂ ਨੇ ਹਿੰਟ ਦਿੱਤਾ ਕਿ ਨੈਕਸਟ ਮੀਟਿੰਗ ਜਿਹੜੀ ਕਿ ਮਾਰਚ 2 ਨੂੰ ਹੋਣੀ ਆ ਉਹਦੇ ਵਿੱਚ ਵਧਣਗੇ। ਵਧਣ ਨਾਲ ਹੋਊਗਾ ਕੀ ਜੀ? ਕੁਝ ਲੋਕ ਕਹਿੰਦੇ ਆ ਵੀ ਜਿਹਨਾਂ ਦੀਆਂ ਫਿਕਸ ਮੌਰਗੇਜ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਜਿਹਨਾਂ ਦੀਆਂ ਵੇਰੀਏਬਲ ਉਹਨਾਂ ਨੂੰ ਫਰਕ ਪਊਗਾ। ਇਹ ਫਿਕਸ ਵਾਲਿਆਂ ਨੂੰ ਫਰਕ ਪੈਣਾ ਨਹੀਂ, ਦੇਰ ਬਾਅਦ ਪਊਗਾ। ਇਹਦੇ ਬਾਰੇ ਕੀ ਹੈਗਾ ਜੀ? ਦੇਖੋ, ਜਿਹਦੀ ਫਿਕਸ ਮੌਰਗੇਜ ਹੈਗੀ ਆ ਉਹ ਤਾਂ ਉਹੀ ਰੇਟ ਰਹਿਣਾ, ਉਹਦਾ ਪ੍ਰਾਈਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਹੈ ਜੀ। ਉਹ ਜਿੰਨੇ ਤੇ ਵੀ ਬੁੱਕ ਕੀਤੀ ਵੀ ਆ। ਹਾਂ, ਜਿਹੜੀ ਵੇਰੀਏਬਲ ਰੇਟਸ ਜਿਹੜੀ ਮੌਰਗੇਜਸ ਹੁੰਦੀਆਂ ਨੇ, ਜੇ ਵੇਰੀਏਬਲ ਓਪਨ ਹੈ ਤਾਂ ਉਹ ਪ੍ਰਾਈਮ ਪਲੱਸ ਹੋਏਗੀ ਜਾਂ ਪ੍ਰਾਈਮ ਮਾਈਨਸ ਹੋਏਗੀ। ਇਸੇ ਤਰ੍ਹਾਂ ਵੇਰੀਏਬਲ ਕਲੋਜ਼ਡ ਹੁੰਦੀ ਆ, ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀ ਆ। ਹੁਣ ਕਈ ਪ੍ਰਾਈਮ -66 ਦਿੰਦੇ ਆ, ਕਈ ਪ੍ਰਾਈਮ -1 ਦਿੰਦੇ ਆ। ਸੋ ਰਾਈਟ ਨਾਓ ਜਿਹੜਾ ਰੇਟ ਹੈਗਾ ਉਹ 2.45 ਹੈ। ਸੋ ਜਿਨ੍ਹਾਂ ਨੇ -1 ਦਿੱਤਾ ਤਾਂ ਉਹਨਾਂ ਨੂੰ ਮੌਰਗੇਜ ਹੋ ਗਈ 1.45 ਤੇ। ਸੋ ਕੱਲ੍ਹ ਨੂੰ ਅਗਰ ਪ੍ਰਾਈਮ ਵੱਧ ਜਾਊਗਾ ਤਾਂ ਮਾਈਨਸ ਤਾਂ ਉਨਾ ਹੀ ਰਹਿਣਾ, ਪਰ ਪ੍ਰਾਈਮ ਨੇ ਵੱਧ ਜਾਣਾ, ਤਾਂ ਉਸ ਹਿਸਾਬ ਦੇ ਨਾਲ ਜਿਹੜੀਆਂ ਵੇਰੀਏਬਲ ਮੌਰਗੇਜਸ ਨੇ ਉਹ ਥੋੜ੍ਹੀਆਂ ਜਿਹੀਆਂ ਉਹ ਮਹਿੰਗੀਆਂ ਹੋ ਜਾਣਗੀਆਂ, ਉਹਨਾਂ ਦਾ ਇੰਟਰਸਟ ਜ਼ਿਆਦਾ ਜਾਣ ਲੱਗ ਜਾਊਗਾ। ਇੱਦਾਂ ਵੀ ਹੋ ਸਕਦਾ ਜੇ 2 ਮਾਰਚ ਨੂੰ ਇਹ ਵਿਆਜ ਦਰ ਵਧਾ ਦਿੰਦੀ ਬੈਂਕ ਆਫ ਕੈਨੇਡਾ ਤਾਂ ਅੱਗੇ ਤੋਂ ਮੌਰਗੇਜ ਲੈਣੀ ਔਖੀ ਹੋ ਜਾਵੇ। ਦੇਖੋ, ਉਹ ਹੈਗੀ ਕੁਆਲੀਫਿਕੇਸ਼ਨ, ਉਹ ਪਹਿਲਾਂ ਹੀ 5.25 ਤੇ ਕੁਆਲੀਫਾਈ ਕਰਦੇ ਆ ਲੋਕੀ। ਇਹ ਬੈਂਕ ਆਫ ਕੈਨੇਡਾ ਨੇ ਜਦੋਂ ਰੇਟ ਵਧਾਉਣਾ, ਉਹਦੇ ਨਾਲ ਕੁਆਲੀਫਿਕੇਸ਼ਨ ਦਾ ਕੀ ਡਿਸੀਜਨ ਲੈਂਦੇ ਨੇ ਉਹ ਨਹੀਂ ਪਤਾ, ਉਹ ਔਸਫੀ ਨੇ ਲੈਣਾ ਹੁੰਦਾ। ਸੋ ਉਹ ਐਜ਼ ਇਟ ਇਜ਼ ਉਹ ਤਾਂ ਪਹਿਲਾਂ ਹੀ ਹਾਈ ਰੇਟ 'ਤੇ ਆਪਾਂ ਕੁਆਲੀਫਾਈ ਕਰਦੇ ਹਾਂ, ਬਟ ਓਨਲੀ ਥਿੰਗ ਇਜ਼ ਕਿ ਤੁਹਾਡੀ ਜੇਬ 'ਚੋਂ ਪੈਸਾ ਜ਼ਿਆਦਾ ਜਾਣ ਲੱਗ ਜਾਊਗਾ, ਠੀਕ ਹੈ ਨਾ, ਇੰਟਰਸਟ ਤੁਹਾਡਾ ਜ਼ਿਆਦਾ ਜਾਣ ਲੱਗ ਜਾਊਗਾ। ਅਤੇ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਬੈਂਕ ਆਫ ਕੈਨੇਡਾ ਇਹ ਕਰਦੀ ਹੈ। ਪਲੱਸ ਜਦੋਂ ਉਹ ਮਾਰਕੀਟ ਦੇਖਦੀ ਹੈ ਕਿ ਇਨਫਲੇਸ਼ਨ ਇੰਨੀ ਹੋ ਗਈ, ਹੈ ਨਾ, ਇਹ ਤਾਂ ਬਿਕੋਜ਼ ਆਫ ਜਿਹੜਾ ਓਮੀਕਰੋਨ ਆਇਆ, ਹੈ ਨਾ, ਨਵਾਂ ਵੇਰੀਐਂਟ ਆਇਆ ਹੈਗਾ, ਇਹ ਤਾਂ ਉਹਦੇ ਇਫੈਕਟ ਕਰਕੇ ਥੋੜ੍ਹਾ ਜਿਹਾ ਹੋਇਆ ਕਿ ਉਹਨਾਂ ਨੇ ਇਹ 1 ਮਹੀਨੇ ਲਈ ਮਤਲਬ ਤੁਸੀਂ ਕਹਿ ਲਓ ਕਿ ਨਹੀਂ ਚੇਂਜ ਕੀਤਾ, ਬਟ ਉਹਨਾਂ ਨੇ ਹਿੰਟਸ ਜ਼ਰੂਰ ਦਿੱਤੇ। ਜੋ ਵੀ ਓਵਰਆਲ GDP ਕੈਨੇਡਾ ਦੀ, ਓਵਰਆਲ ਇਨਫਲੇਸ਼ਨ ਰੇਟ, ਇਹ ਸਾਰੇ ਫੈਕਟਰਸ ਨੂੰ ਦੇਖਦੇ ਆ ਬੈਂਕ ਆਫ ਕੈਨੇਡਾ। ਜਿਨ੍ਹਾਂ ਨੇ ਲਾਈਨ ਆਫ ਕ੍ਰੈਡਿਟ ਲਈ ਹੁੰਦੀ $50,000 ਲੱਖ ਡਾਲਰ, ਉਹਨਾਂ ਨੂੰ ਕੋਈ ਫਰਕ ਪਊਗਾ? 100% ਪਊਗਾ ਜੀ, ਕਿਉਂਕਿ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀ ਆ। ਚਾਹੇ ਤੁਹਾਡੀ ਹੀਲੌਕ ਹੈ ਘਰ ਦੇ ਅਗੇਂਸਟ ਹੈ, ਚਾਹੇ ਤੁਹਾਡੀ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ ਹੈ, ਠੀਕ ਹੈ ਜੀ, ਉਹ ਪ੍ਰਾਈਮ ਪਲੱਸ ਦੇ ਨਾਲ ਹੁੰਦੀ ਆ। ਅਤੇ ਉਹ ਜਦੋਂ ਪ੍ਰਾਈਮ ਵੱਧ ਗਿਆ ਤਾਂ ਉਹਦਾ ਰੇਟ ਵੱਧ ਜਾਣਾ। ਅਲਟੀਮੇਟਲੀ ਹੋਣਾ ਕੀ ਹੈ, ਜਿਵੇਂ ਹੁਣ $1 ਲੱਖ ਦੀ ਕਿਸੇ ਦੀ ਲਾਈਨ ਆਫ ਕ੍ਰੈਡਿਟ ਆ, ਸਪੋਜ਼ ਐਗਜ਼ਾਮਪਲ ਲੈ ਲਓ, ਠੀਕ ਹੈ ਜੀ,
ਰਾਈਟ ਨੂੰ ਉਹ ਪ੍ਰਾਈਮ ਪਲੱਸ ਹਾਫ ਤੇ ਆ, ਸੋ 2.95 ਤੇ ਆ, ਹੈ ਨਾ। ਸੋ ਉਹਦਾ ਜੇ ਤੁਸੀਂ ਇੱਕ ਰਫਲੀ ਐਗਜ਼ਾਮਪਲ ਲੈ ਲਓ ਕਿ ਜੇ ਉਹਦਾ ਤੁਸੀਂ ਮਹੀਨੇ ਦਾ ਇੰਟਰਸਟ $100 ਦਿੰਦੇ ਸੀ, ਅਗਰ ਤੁਹਾਡਾ ਪ੍ਰਾਈਮ 0.5% ਜਾਂ 0.25 ਵੱਧ ਗਿਆ ਤਾਂ ਜਿਹੜਾ ਉਹ $100 ਹੈ ਉਹ ਵੱਧ ਕੇ ਮਹੀਨੇ ਦਾ ਤੁਹਾਡਾ ਇੰਟਰਸਟ ਹੈ ਜਿਹੜਾ ਅਕੋਰਡਿੰਗਲੀ $25 ਵੱਧ ਜਾਣੇ। ਸੋ ਉਹ ਜਿਹੜੇ ਤੁਸੀਂ ਪੇ ਕਰਦੇ ਸੀ ਇੰਟਰਸਟ $100 ਤੁਹਾਡੀ ਜੇਬ 'ਚੋਂ, ਉਹ ਹੁਣ ਤੁਹਾਡੀ ਜੇਬ 'ਚੋਂ $125 ਜਾਊਗਾ। ਸੋ ਉਹਦੇ ਨਾਲ ਕੀ ਹੋ ਗਿਆ ਕਿ ਤੁਸੀਂ ਮਾਰਕੀਟ ਦੇ ਵਿੱਚ ਘੱਟ ਪਰਚੇਜ਼ਿੰਗ ਕਰੋਗੇ, ਠੀਕ ਹੈ ਨਾ, ਕਿਉਂਕਿ ਉਹਨੇ ਸਪਲਾਈ ਨੂੰ ਕੰਟਰੋਲ ਕਰਤਾ। ਜਿਹੜੇ ਉਹ $25 ਵੈਸੇ ਮੈਂ ਯੂਜ਼ ਕਰਨੇ ਸੀ ਕਿਤੇ, ਉਹ ਮੇਰੇ ਲਾਈਨ ਆਫ ਕ੍ਰੈਡਿਟ ਲਈ ਯੂਜ਼ ਹੋ ਗਏ। ਜੇ ਇਹਦਾ ਮਤਲਬ ਇਦਾਂ ਵੀ ਸਮਝਿਆ ਜਾਵੇ ਵੀ ਜਿਹਨਾਂ ਕੋਲ ਵੇਰੀਏਬਲ ਮੌਰਗੇਜਸ ਆ ਹੁਣ ਫਿਕਸ ਕਰਾ ਲੈਣ 2 ਮਾਰਚ ਤੋਂ ਪਹਿਲਾਂ? ਇਹ ਡਿਪੈਂਡ ਕਰਦਾ ਜੀ, ਹਰ ਇੱਕ ਬੰਦੇ ਦੀ ਆਪੋ ਆਪਣੀ ਉਹ ਚੀਜ਼ ਹੈ। ਕਈ ਉਹਨਾਂ ਦਾ ਰਿਸਕ ਕਿੰਨਾ ਹੈਗਾ, ਉਹਨਾਂ ਦੀ ਇਨਕਮ ਦਾ ਕ੍ਰਾਈਟੇਰੀਆ ਕੀ ਆ, ਉਹਨਾਂ ਨੇ ਉਹ ਮੌਰਗੇਜ ਕਿਸ ਪਰਪਸ ਦੇ ਲਈ ਆ, ਕੀ ਉਹਨਾਂ ਨੇ ਉਹਨੂੰ ਜਲਦੀ ਪੇ ਕਰਨਾ, ਕਿਉਂਕਿ ਉਹਦੇ ਵੀ ਅੱਗੇ ਹੈਗੇ ਨੇ। ਫਿਕਸ ਦੇ ਵਿੱਚ ਜਿਹੜੀ ਹੁੰਦੀ ਆ ਉਹ ਜਦੋਂ ਤੁਸੀਂ ਪਹਿਲਾਂ ਪੇ ਕਰਦੇ ਹੋ, ਜੇ ਤੁਸੀਂ ਵੇਚਤਾ ਘਰ ਜਾਂ ਕੁਝ ਵੀ ਕਰ ਲਿਆ ਹੈ ਨਾ, ਜਾਂ ਤੁਹਾਡੇ ਕੋਲ ਪੈਸੇ ਆ ਗਏ, ਤੁਸੀਂ ਮੌਰਗੇਜ ਪੇ ਕਰਨਾ ਚਾਹੁੰਦੇ ਹੋ, ਦੇयर ਇਜ਼ ਅ ਪੈਨਲਟੀ, ਉਹ ਤੁਹਾਨੂੰ ਪੈਨਲਟੀ ਪੇ ਕਰਨੀ ਪੈਂਦੀ ਆ। ਵੇਰੀਏਬਲ ਦੇ ਵਿੱਚ ਜੇ ਵੇਰੀਏਬਲ ਕਲੋਜ਼ਡ ਹੈ ਤਾਂ ਉਹ 3 ਮੰਥ ਦੀ ਇੰਟਰਸਟ ਪੈਨਲਟੀ ਹੁੰਦੀ ਆ, ਜੇ ਵੇਰੀਏਬਲ ਓਪਨ ਹੈ ਤਾਂ ਉਹ 'ਚ ਕੋਈ ਪੈਨਲਟੀ ਨਹੀਂ। ਸੋ ਇਟ ਡਿਪੈਂਡਸ ਔਨ ਦ ਪਰਸਨਲ ਸਰਕਮਸਟੈਂਸਸ। ਸੋ ਆਪਣੇ ਬੈਂਕਸ ਦੇ ਕੋਲੇ ਜਾ ਕੇ ਗੱਲਬਾਤ ਕਰੋ, ਐਡਵਾਈਜ਼ਰ ਦੇ ਨਾਲ ਗੱਲਬਾਤ ਕਰੋ, ਦੈਨ ਜਿਵੇਂ ਵੀ ਤੁਹਾਡੇ ਪਰਸਨਲ ਸਰਕਮਸਟੈਂਸਸ ਹੈਗੇ ਨੇ, ਯੂ ਕੈਨ ਟੇਕ ਦੈਟ ਡਿਸੀਜਨ। ਬਹੁਤ ਬਹੁਤ ਸ਼ੁਕਰੀਆ ਜੀ ਸਰ, ਮਿਹਰਬਾਨੀ ਜੀ, ਥੈਂਕ ਯੂ ਜੀ। ਦੋਸਤੋ, ਇਹ 2 ਮਾਰਚ ਨੂੰ ਹੁਣ ਦੁਬਾਰਾ ਬੈਂਕ ਆਫ ਕੈਨੇਡਾ ਨੇ ਰੇਟ ਰਿਵਾਈਜ਼ ਕਰਨੇ ਆ, ਜਿਹੜੇ ਕਿ ਆਸ ਪੂਰੀ ਆ ਇਸ ਗੱਲ ਦੀ ਕਿ ਇਹ ਰੇਟ ਵੱਧ ਜਾਣੇ ਆ। ਇਹ ਰੇਟ ਵਧਣ ਦੇ ਨਾਲ ਮੌਰਗੇਜ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ? ਥੋੜ੍ਹੇ ਜਿਹੇ ਰੇਟ ਨਾਲ ਵੀ ਅਸਰ ਬਹੁਤ ਪੈਂਦਾ, ਕਿਉਂਕਿ ਵਿਅਕਤੀ ਦੇ ਜੀਵਨ ਦੀ ਸਭ ਤੋਂ ਵੱਡੀ ਪਰਚੇਜ਼ ਕਈ ਵਾਰੀ ਉਹਦਾ ਘਰ ਹੁੰਦਾ ਆ। ਆਪਣੇ ਬੈਂਕ ਨਾਲ ਜ਼ਰੂਰ ਗੱਲ ਕਰੋ। ਕੋਈ ਵੀ ਜਾਣਕਾਰੀ ਚਾਹੀਦੀ ਹੈ, ਖਾਲਸਾ ਕ੍ਰੈਡਿਟ ਯੂਨੀਅਨ ਇੱਥੇ ਆ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਆ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਦਰਸ਼ਕਾਂ ਨੂੰ ਦੱਸ ਦੇ ਕਿ ਰਿਚਮੰਡ ਦੇ ਵਿੱਚ ਗੋਲੀਬਾਰੀ ਹੋਈ ਸੀ ਔਰ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ 4 ਪਰਿਵਾਰਕ ਮੈਂਬਰ ਹੈ ਜਿਹੜੇ ਉਹਨਾਂ ਦੀ ਅੰਮ੍ਰਿਤਕ ਲਾਸ਼ਾਂ ਮਿਲੀਆਂ ਨੇ। ਇਸ ਖਬਰ ਤੇ ਲਗਾਤਾਰ ਪੁਲਿਸ ਜਾਂਚ ਪੜਤਾਲ ਕਰ ਰਹੀ ਸੀ। ਆਈ ਹਿੱਟ ਦੇ ਮੁਤਾਬਕ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਹੀ ਪਰਿਵਾਰ ਦੇ ਇਹ ਜੀ ਸਨ ਜਿਨ੍ਹਾਂ ਦੇ ਵਿੱਚ ਗੋਲੀ ਯਾਨੀ ਕਿ ਕਤਲ ਦੇ ਨਾਲ ਖੁਦਕੁਸ਼ੀ ਦਾ ਮਾਮਲਾ ਇਸ ਨੂੰ ਮੰਨਿਆ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਵੀਰਵਾਰ ਨੂੰ ਐਬਰ ਬ੍ਰਿਜ ਵੇ ਨੇੜੇ ਗਾਰਡਨ ਸਿਟੀ ਰੋਡ ਡੁਪਲੈਕਸ ਵਿਖੇ ਮਿਲੇ ਵਿਅਕਤੀਆਂ ਦੇ ਰੂਪ ਦੇ ਵਿੱਚ ਇੱਕੋ ਪਰਿਵਾਰ ਦੇ 2 ਪੁਰਸ਼ ਤੇ 2 ਔਰਤਾਂ ਦੀ ਪੁਸ਼ਟੀ ਕੀਤੀ ਗਈ ਹੈ। ਲਾਸ਼ਾਂ ਮੰਗਲਵਾਰ ਸ਼ਾਮ ਨੂੰ ਲੱਭੀਆਂ ਗਈਆਂ ਸਨ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਮੌਤ 1 ਰਾਤ ਪਹਿਲਾਂ ਹੋਈ ਹੈ। ਸ਼ੁੱਕਰਵਾਰ ਨੂੰ ਆਈ ਹਿੱਟ ਨੇ ਇਹ ਸਾਂਝਾ ਬਿਆਨ ਦਿੱਤਾ ਹੈ ਕਿ 4 ਵਿੱਚੋਂ ਇੱਕ 71 ਸਾਲ, ਇੱਕ 58 ਸਾਲ, 23 ਸਾਲ ਤੇ 21 ਸਾਲ ਦੇ ਯਾਨੀ ਕਿ 2 ਬੱਚੇ ਵੀ ਸ਼ਾਮਿਲ ਨੇ। ਆਈ ਹਿੱਟ ਟੀਮ ਤੋਂ ਸਰਜੈਂਟ ਡੇਵਿਡ ਲੀ ਨੇ ਕਿਹਾ ਹੈ ਕਿ ਇਸ ਸਮੇਂ ਜੋ ਸਬੂਤ ਸਾਹਮਣੇ ਆਏ ਨੇ ਉਹ ਦਰਸਾਉਂਦੇ ਨੇ ਕਿ ਇਹ ਕਤਲ ਤੇ ਖੁਦਕੁਸ਼ੀ ਸੀ। ਪੁਲਿਸ ਨੇ ਪੀੜਤਾਂ ਦੇ ਨਾਮ ਜਾਰੀ ਨਹੀਂ ਕੀਤੇ ਕਿਉਂਕਿ ਲੀ ਦਾ ਕਹਿਣਾ ਹੈ ਕਿ ਵਿਸਤ੍ਰਿਤ ਪਰਿਵਾਰ ਸੋਗ ਮਨਾਉਂਦੇ ਹੋਏ ਇਸ ਨੂੰ ਪ੍ਰਾਈਵੇਸੀ ਰੱਖਣ ਦੀ ਗੱਲ ਕਹਿ ਰਹੇ ਸਨ। ਜਾਂਚਕਰਤਾਵਾਂ ਨੇ ਅਜੇ ਇਸ ਪਿੱਛੇ ਮਕਸਦ ਵੀ ਨਹੀਂ ਦੱਸਿਆ। ਲੀ ਦਾ ਕਹਿਣਾ ਹੈ ਕਿ ਇਹ ਅਸਪਸ਼ਟ ਹੈ ਕਿ ਸ਼ੂਟਰ ਕੌਣ ਸੀ, ਪਰ ਪੁਸ਼ਟੀ ਕੀਤੀ ਜਾਂਦੀ ਹੈ ਕਿ ਉਹ ਮ੍ਰਿਤਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੱਚੇ ਦੇ ਵੱਲੋਂ ਜਿਹੜਾ ਬੰਦੂਕ ਦੇ ਨਾਲ ਸਭ ਦਾ ਕਤਲ ਕੀਤਾ ਗਿਆ। ਹਾਲਾਂਕਿ ਇਸ ਸੰਬੰਧੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦਾ ਐਲਾਨ ਹੋਣਾ ਅਜੇ ਬਾਕੀ ਹੈ। ਜਿਹੜੇ ਬੈਲਿਸਟਿਕਸ ਤੇ ਪੋਸਟਮਾਰਟਮ ਮੁਕੰਮਲ ਹੋਣ ਤੋਂ ਬਾਅਦ ਇਹ ਜਾਣਕਾਰੀ ਹੋਰ ਸਪਸ਼ਟ ਹੋ ਜਾਏਗੀ, ਪਰ ਉਹਨਾਂ ਕਿਹਾ ਹੈ ਕਿ ਇੰਟੀਮੇਟ ਪਾਰਟਨਰ ਕ੍ਰਾਈਮ ਵੀ ਨਹੀਂ ਇਸ ਨੂੰ ਮੰਨਿਆ ਜਾ ਰਿਹਾ। ਵੀਰਵਾਰ ਨੂੰ ਹਾਲਾਂਕਿ ਪੁਲਿਸ ਇਹ ਪੁਸ਼ਟੀ ਕਰਨ ਤੋਂ ਝਿਜਕ ਰਹੀ ਸੀ ਕਿ ਉਹ ਇੱਕ ਕਤਲ ਖੁਦਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਹੈ। ਲੀ ਦਾ ਕਹਿਣਾ ਹੈ ਕਿ ਉਸ ਸਮੇਂ ਜਾਂਚਕਰਤਾ ਅਜੇ ਵੀ ਘਟਨਾ ਸਥਾਨ ਤੇ ਕਈ ਕਾਰਨਾਂ ਦੀ ਜਾਂਚ ਕਰ ਰਹੇ ਨੇ। ਲੀ ਨੇ ਅੱਗੇ ਕਿਹਾ ਕਿ ਪਰਿਵਾਰ ਪੁਲਿਸ ਦੇ ਰਡਾਰ ਤੇ ਨਹੀਂ ਸੀ। ਉਹ ਬਹੁਤ ਸ਼ਾਂਤ ਪਰਿਵਾਰ ਸਨ, ਇਸ ਲਈ ਸਮੁਦਾਇ ਲਈ ਤੇ ਜਾਂਚਕਰਤਾਵਾਂ ਲਈ ਕੁਦਰਤੀ ਤੌਰ ਤੇ ਇਹ ਸਦਮਾ ਹੈ ਕਿਉਂਕਿ ਉਹ ਘਰ ਨੂੰ ਦੇਖ ਰਹੇ ਨੇ। ਕੋਵਿਡ-19 ਦੇ ਨਾਲ ਜਿਹੜੇ ਜੋਖਮ ਨਾਲ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਬੱਚਿਆਂ ਦੇ ਲਈ ਖਾਸ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਜਿਵੇਂ ਮਾਮਲੇ ਵਧ ਰਹੇ ਨੇ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਕਿ ਉੱਚ ਜੋਖਮ ਵਾਲੇ ਨੇ ਉਹਨਾਂ ਨੂੰ ਚੌਥਾ ਸ਼ਾਟ ਜਿਹੜਾ ਉਹ ਵੀ ਮਿਲਣਾ ਚਾਹੀਦਾ ਹੈ। NACI ਦੇ ਵੱਲੋਂ ਇਹ ਜਾਣਕਾਰੀ ਪੁਖਤਾ ਕੀਤੀ ਗਈ ਹੈ। ਦੇਖਦੇ ਹਾਂ ਇਸ ਸੰਬੰਧੀ ਖਾਸ ਰਿਪੋਰਟ। ਜ਼ਿਆਦਾ ਜੋਖਮ ਵਾਲੇ ਕਿਸ਼ੋਰਾਂ ਦੇ ਲਈ ਕੋਵਿਡ-19 ਬੂਸਟਰ ਸ਼ਾਟਸ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। NACI ਦਾ ਕਹਿਣਾ ਹੈ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਹੁਣ ਅੰਡਰਲਾਈਂਗ ਸਥਿਤੀਆਂ ਵਾਲੇ ਜਾਂ ਕੋਵਿਡ-19 ਐਕਸਪੋਜ਼ਰ ਦੇ ਉੱਚ ਜੋਖਮ ਵਾਲੇ
ਬਾਲਗਾਂ ਨੂੰ ਬੂਸਟਰ ਸ਼ਾਟ ਲੈਣ ਦੀ ਸਿਫਾਰਿਸ਼ ਕਰ ਰਹੀ ਹੈ। ਮੁੱਖ ਜਨਤਕ ਸਿਹਤ ਅਧਿਕਾਰੀ ਡਾਕਟਰ ਥਾਰਿਸਾ ਟੈਮ ਦਾ ਕਹਿਣਾ ਹੈ ਕਿ ਬੱਚਿਆਂ ਤੇ ਕਿਸ਼ੋਰਾਂ ਨੂੰ ਅਜੇ ਵੀ ਆਮ ਤੌਰ ਤੇ ਕੋਵਿਡ-19 ਤੋਂ ਗੰਭੀਰ ਬਿਮਾਰੀ ਦਾ ਘੱਟ ਖਤਰਾ ਹੈ, ਪਰ ਓਮਿਕਰੋਨ ਦੇ ਕਾਰਨ ਲਾਗ ਦੀ ਉੱਚ ਦਰ ਕਾਰਨ ਵਧੇਰੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। 12 ਤੇ 17 ਦੇ ਵਿਚਕਾਰ ਦੇ ਜਿਹੜੇ ਬੱਚੇ ਨੇ ਉਹਨਾਂ ਲਈ NACI ਦੀ ਨਵੀਂ ਸਲਾਹ ਇੱਕ ਬੂਸਟਰ ਪ੍ਰਾਪਤ ਕਰਨ ਦੀ ਹੈ। ਜੇਕਰ ਉਹਨਾਂ ਦੀ ਕੋਈ ਅੰਡਰਲਾਈਂਗ ਮੈਡੀਕਲ ਸਥਿਤੀ ਹੈ ਜਾਂ ਉਹ ਸਮੂਹਿਕ ਸੈਟਿੰਗਾਂ ਦੇ ਵਿੱਚ ਰਹਿੰਦੇ ਨੇ ਜਾਂ ਨਸਲੀ ਜਾਂ ਹਾਸ਼ੀਏ ਤੇ ਰਹਿ ਰਹੇ ਭਾਈਚਾਰਿਆਂ ਦੇ ਵਿੱਚ ਰਹਿੰਦੇ ਨੇ ਜੋ ਕੋਵਿਡ-19 ਸੰਕਰਮਣ ਦੁਆਰਾ ਸਖਤ ਪ੍ਰਭਾਵਿਤ ਹੋਏ ਹਨ। ਹੈਲਥ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਹਫ਼ਤੇ 12 ਤੋਂ ਘੱਟ ਉਮਰ ਦੇ 251 ਬੱਚੇ ਤੇ 12 ਤੋਂ 19 ਸਾਲ ਦੇ ਵਿਚਕਾਰ 84 ਬੱਚਿਆਂ ਨੂੰ ਕੋਵਿਡ-19 ਨਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕੈਨੇਡਾ ਦੀ ਸਲਾਹ ਉਨੀ ਵਿਆਪਕ ਨਹੀਂ ਹੈ ਜਿੰਨੀ ਸੰਯੁਕਤ ਰਾਜ ਦੇ ਰੋਗ ਨਿਰੰਤਰਣ ਕੇਂਦਰਾਂ ਦੀ ਹੈ, ਜਿਸ ਨੇ 5 ਜਨਵਰੀ ਨੂੰ ਸਿਫਾਰਿਸ਼ ਕੀਤੀ ਸੀ ਕਿ 12 ਤੋਂ 17 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਦੂਜੀ ਖੁਰਾਕ ਤੋਂ 5 ਮਹੀਨੇ ਬਾਅਦ ਬੂਸਟਰ ਸ਼ਾਟ ਦਿਆ ਜਾਵੇ। ਇਹ ਪੁੱਛੇ ਜਾਣ ਤੇ ਕਿ ਕੀ ਕੈਨੇਡਾ ਦੀਆਂ ਸਿਫਾਰਸ਼ਾਂ ਸਿਰਫ ਉੱਚ ਜੋਖਮ ਵਾਲੇ ਕਿਸ਼ੋਰਾਂ ਨੂੰ ਕਿਉਂ ਕਵਰ ਕਰਦੀਆਂ ਨੇ, ਟੈਮ ਨੇ ਕਿਹਾ NACI ਬੂਸਟਰ ਖੁਰਾਕਾਂ ਤੇ ਇਸ ਉਮਰ ਸਮੂਹ ਲਈ ਸਿਫਾਰਿਸ਼ ਕੀਤੇ ਅੰਤਰ ਤੇ ਵਿਕਾਸਸ਼ੀਲ ਵਿਗਿਆਨ ਦੀ ਨਿਗਰਾਨੀ ਕਰ ਰਿਹਾ ਹੈ, ਪਰ ਇਹ ਕਿ ਜ਼ਿਆਦਾਤਰ ਕਿਸ਼ੋਰ ਟੀਕੇ ਦੀਆਂ 2 ਖੁਰਾਕਾਂ ਨਾਲ ਗੰਭੀਰ ਬਿਮਾਰੀ ਤੋਂ ਚੰਗੀ ਤਰ੍ਹਾਂ ਸੁਰੱਖਿਅਤ ਨੇ। ਉਹਨਾਂ ਕਿਹਾ ਕਿ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਬੂਸਟਰ ਖੁਰਾਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਕਿਸ਼ੋਰਾਂ ਦੇ ਵਿੱਚ ਗੰਭੀਰ ਕੋਵਿਡ-19 ਨਤੀਜਿਆਂ ਦੇ ਆਮ ਤੌਰ ਤੇ ਘੱਟ ਜੋਖਮ ਕਾਰਨ ਮੈਡੀਕਲ ਜਾਂ ਸਮਾਜਿਕ ਜੋਖਮ ਦੇ ਕਾਰਨਾਂ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਜਿਨ੍ਹਾਂ ਨੇ ਇੱਕ ਪੂਰੀ ਪ੍ਰਾਇਮਰੀ ਲੜੀ ਪ੍ਰਾਪਤ ਕੀਤੀ ਹੈ। 5 ਤੋਂ 11 ਸਾਲ ਦੇ ਅੱਧੇ ਤੋਂ ਵੱਧ ਕੈਨੇਡੀਅਨ ਬੱਚਿਆਂ ਦੇ ਕੋਲ ਹੁਣ ਵੈਕਸੀਨ ਦੀ ਘੱਟੋ-ਘੱਟ ਪਹਿਲੀ ਖੁਰਾਕ ਹੈ, ਜਦੋਂ 12 ਤੋਂ 17 ਸਾਲ ਦੇ 82% ਕਿਸ਼ੋਰਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਜੀ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ 2 ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਇੱਕ ਖਬਰ ਤਾਂ ਇਹ ਆ ਰਹੀ ਆ ਕਿ ਇੱਕ ਮਾਈਨਿੰਗ ਪ੍ਰੋਜੈਕਟ ਸੀਗਾ ਜਿਹਨੂੰ ਅਲਬਰਟਾ ਦੇ ਰੈਗੂਲੇਟਰ ਨੇ ਨਾ ਕਰ ਦਿੱਤੀ ਸੀਗੀ, ਤੇ ਉਹ ਮਾਈਨ ਕੰਪਨੀ ਨੇ ਤੇ 2 ਹੋਰ ਜਿਹੜੇ ਹੈ ਜੀ ਇੰਡੀਜਨਸ ਗਰੁੱਪਸ ਦੇ ਉਹਨਾਂ ਨੇ ਉਸ ਰੈਗੂਲੇਟਰ ਦੇ ਇਸ ਡਿਸੀਜਨ ਦੇ ਖਿਲਾਫ ਅਪੀਲ ਕੀਤੀ ਸੀਗੀ, ਪਰ ਉਹ ਜੱਜ ਸਾਹਿਬਾਨ ਨੇ ਜਿਹੜੀ ਅਪੀਲ ਹੈ ਜੀ ਉਹ ਰੱਦ ਕਰ ਦਿੱਤੀ ਆ। ਉਹਦਾ ਕਾਰਨ ਇਹ ਦੱਸਿਆ ਹੈ ਵੀ ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਜਿਹੜੀ ਉਹ ਕੰਪਨੀਆਂ ਉਹਨਾਂ ਵੱਲੋਂ ਤੇ ਜਿਹੜੇ ਗਰੁੱਪਸ ਨੇ ਇੰਡੀਜਨਸ ਉਹਨਾਂ ਵੱਲੋਂ ਇਹ ਗੱਲਾਂ ਕਹੀਆਂ ਸੀ। ਕੰਪਨੀ ਤਾਂ ਕਹਿੰਦੀ ਹੈ ਜੀ ਵੀ ਦੇਖੋ ਜਿਹੜੇ ਰੈਗੂਲੇਟਰ ਦੇ ਸਾਹਮਣੇ ਐਵੀਡੈਂਸ ਪੇਸ਼ ਕੀਤਾ ਗਿਆ ਉਹ ਉਹਨਾਂ ਨੇ ਪੂਰਾ ਐਵੀਡੈਂਸ ਜਿਹੜਾ ਦੇਖਿਆ ਨਹੀਂ ਹੈ, ਇਸ ਕਰਕੇ ਇਹਦੀ ਸੁਣਵਾਈ ਜਿਹੜੀ ਹੈ ਦੁਬਾਰਾ ਹੋਣੀ ਚਾਹੀਦੀ ਹੈ। ਤੇ ਜਿਹੜੇ ਇੰਡੀਜਨਸ ਗਰੁੱਪਸ ਨੇ 2 ਉਹ ਕਹਿ ਰਹੇ ਆ ਜੀ ਵੀ ਦੇਖੋ ਇਹਦੇ ਜਿਹੜੇ ਸਾਨੂੰ ਇਕਨੋਮਿਕ ਬੈਨੀਫਿਟਸ ਹੋਣੇ ਸੀ ਉਹਨਾਂ ਬਾਰੇ ਨਹੀਂ ਸੋਚਿਆ ਤੇ ਸਾਡਾ ਇਹ ਕਨਸਟੀਟਿਊਸ਼ਨਲ ਤੌਰ ਦੇ ਉੱਤੇ ਇਹਦੀ ਉਹ ਉਲੰਘਣਾ ਕੀਤੀ ਗਈ ਹੈ। ਪਰ ਜੱਜ ਸਾਹਿਬਾਨ ਨੇ ਇਹ ਦੋਨੋਂ ਹੀ ਆਰਗੂਮੈਂਟਸ ਜਿਹੜੀਆਂ ਉਹਨਾਂ ਨੂੰ ਪਾਸੇ ਰੱਖ ਦਿੱਤਾ। ਉਹ ਕਹਿੰਦੇ ਗੱਲ ਇਹ ਆ ਕਿ ਜਿਹੜਾ ਐਵੀਡੈਂਸ ਕੰਪਨੀ ਚਾਹੁੰਦੀ ਸੀਗੀ ਭਈ ਉਹਨੂੰ ਪ੍ਰੈਫਰੈਂਸ ਦਿੱਤੀ ਜਾਵੇ ਉਹ ਰੈਗੂਲੇਟਰ ਨੇ ਨਹੀਂ ਕੀਤਾ, ਇਸ ਕਰਕੇ ਉਹਨਾਂ ਨੂੰ ਇਹ ਪਸੰਦ ਨਹੀਂ ਹੈ। ਔਰ ਦੂਸਰਾ ਉਹ ਕਹਿੰਦੇ ਕਿ ਉਸ ਜਿਹੜੀ ਰਿਵਿਊ ਬੋਰਡ ਹੈਗਾ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਪਤਾ ਸੀਗਾ ਵੀ ਕਿਹੜੇ ਬੈਨੀਫਿਟ ਹੋਣੇ ਆ ਇੰਡੀਜਨਸ ਗਰੁੱਪਸ ਨੂੰ, ਸੋ ਉਹ ਵੀ ਗੱਲ ਉਹ ਕਹਿੰਦੇ ਇਹ ਠੀਕ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਹੈ। ਸੋ ਉਹ ਜਿਹੜੀ ਅਪੀਲ ਹੈ ਜੀ ਉਹ ਅਪੀਲ ਕੀਤੀ ਗਈ ਸੀਗੀ ਬੈਂਗਾ ਮਾਈਨਿੰਗ ਵੱਲੋਂ, ਤੇ ਗ੍ਰਾਸੀ ਮਾਊਂਟਨ ਕੋਲ ਮਾਈਨ ਸੀ ਇਹ ਜਿਹੜਾ ਰੌਕੀ ਮਾਊਂਟਨਸ ਦੇ ਵਿੱਚ ਪ੍ਰੋਜੈਕਟ ਸੀਗਾ, ਉਹਨੂੰ ਰੈਗੂਲੇਟਰ ਨੇ ਨਾ ਕੀਤੀ ਹੋਈ ਆ। ਔਰ ਦੂਸਰੀ ਖਬਰ ਇਹ ਆ ਰਹੀ ਹੈ ਕਿ ਸਾਡੇ ਸ਼ਹਿਰ ਦੇ ਮੇਅਰ ਅਮਰਜੀਤ ਸੋਹੀ ਹੋਰਾਂ ਨੇ ਜਿਹੜਾ ਪ੍ਰੋਵਿੰਸ਼ੀਅਲ ਬਜਟ ਹੈ ਜਿਹੜਾ 24 ਫਰਵਰੀ ਨੂੰ ਟਰੈਵਿਸ ਟੇ ਹੋਰਾਂ ਨੇ ਪੇਸ਼ ਕਰਨਾ ਆ, ਉਹਦੇ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਸਿਟੀ ਦੀਆਂ ਜਿਹੜੀਆਂ ਕੁਝ ਲੋੜਾਂ ਨੇ ਮਤਲਬ ਮਿਨੀਮਮ ਉਹ ਕਹਿੰਦੇ ਵੀ ਇਹ ਬੇਅਰ ਨੀਡਸ ਵਾਲੀ ਗੱਲ ਆ ਵੀ ਇਹ ਪ੍ਰੋਵਿੰਸ ਨੂੰ ਪੈਸੇ ਦੇਣੇ ਚਾਹੀਦੇ ਆ, ਖਾਸ ਕਰਕੇ ਜਿਹੜੀ ਸਪੋਰਟਿਵ ਹਾਊਸਿੰਗ ਆ ਔਰ ਟ੍ਰਾਂਜ਼ਿਟ ਲਈ। ਔਰ ਉਹਨਾਂ ਨੇ ਇਹ ਦੋਨਾਂ ਗੱਲਾਂ ਲਈ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਪ੍ਰੋਵਿੰਸ ਜਿਹੜਾ ਉਹ ਜ਼ਰੂਰ ਅਕੋਮੋਡੇਟ ਕਰੇਗਾ। ਪਿੱਛੇ ਜਿਹੇ ਉਹਨਾਂ ਨੇ ਪ੍ਰੀਮੀਅਰ ਤੇ ਮਿਨਿਸਟਰਸ ਦੇ ਨਾਲ ਮੀਟਿੰਗ ਵੀ ਕੀਤੀ ਸੀ ਔਰ ਉਹ ਕਹਿੰਦੇ ਕਿ ਬੜੀ ਪ੍ਰੋਡਕਟਿਵ ਰਹੀ ਸੀਗੀ ਮੀਟਿੰਗ ਜਦੋਂ ਕੀਤੀ ਆ। ਤੇ ਹੁਣ ਉਹਨਾਂ ਨੂੰ ਆਸ ਆ ਕਿ ਇਹ ਜਿਹੜੀ ਰਿਕੁਐਸਟ ਅਸੀਂ
ਕਰ ਰਹੇ ਆ ਸਿਟੀ ਨੂੰ, ਆਈ ਮੀਨ ਪ੍ਰੋਵਿੰਸ ਨੂੰ, ਉਹ ਜ਼ਰੂਰ ਸਾਡੀ ਗੱਲਬਾਤ ਨੂੰ ਮੰਨਣਗੇ। ਕਾਰਨ ਇਹ ਕਿਹਾ ਜਾ ਰਿਹਾ, ਉਹ ਕਹਿੰਦੇ ਜੀ ਵੀ ਬਹੁਤ ਸਾਰੇ ਲੋਕ ਗਰੀਬ ਨੇ ਜਿਨ੍ਹਾਂ ਕੋਲ ਰਾਤ ਕੱਟਣ ਲਈ ਛੱਤ ਨਹੀਂ ਹੈ, ਘਰ ਨਹੀਂ ਹੈ, ਤੇ ਉਹ ਇਸ ਤਰ੍ਹਾਂ ਦੇ ਠੰਡ ਦੇ ਵਿੱਚ ਜਦੋਂ ਲੋਕ ਬਾਹਰ ਸੌਂਦੇ ਤਾਂ ਬਹੁਤ ਔਖਾ ਆ। ਸੋ ਉਹਦੇ ਲਈ ਉਹ ਪ੍ਰੋਵਿੰਸ ਤੋਂ ਮੰਗ ਕਰ ਰਿਹਾ ਕਿ ਪੈਸੇ ਦੇਣ। ਔਰ ਦੂਸਰਾ ਹੈ ਜਿਹੜਾ ਟ੍ਰਾਂਜ਼ਿਟ ਆ, ਉਹ ਕਹਿੰਦੇ ਵੀ ਟ੍ਰਾਂਜ਼ਿਟ ਨੂੰ ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਉਹਨਾਂ ਦਾ ਔਨ ਗੋਇੰਗ ਉਹਨਾਂ ਨੂੰ ਘਾਟਾ ਬੜਾ ਪੈ ਰਿਹਾ, ਕਿਉਂਕਿ ਰਾਈਡਰਸ਼ਿਪ ਬਿਲਕੁਲ ਖਤਮ ਹੋ ਗਈ। ਔਰ ਦੂਸਰੀ ਇਹ ਹੈ ਜੀ, ਉਹ ਕਹਿੰਦੇ ਵੀ ਹੁਣ ਜਿਉਂ-ਜਿਉਂ ਰਾਈਡਰਸ਼ਿਪ ਵੀ ਵਾਪਸ ਆਵੇਗੀ ਔਰ ਸਾਨੂੰ ਇਹ ਜਿਹੜਾ ਆ ਟ੍ਰਾਂਜ਼ਿਟ ਸਿਸਟਮ ਇਹਨੂੰ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਜਿਹੜੇ ਕੰਮ ਕਰ ਰਿਹਾ ਉਹ ਮੁੜ ਕੇ ਫੇਰ ਚੱਲ ਸਕਣ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।